ਦੋਸਤੋ ਸਵਾਗਤ ਹੈ ਭਾਗ ਈੜੀ 'ਚ। ਭਾਗ ਈੜੀ ਦੇ ਵਿੱਚ 4 ਕੁਐਸਚਨ ਕਰਨੇ ਹੋਣਗੇ ਜੋ ਕਿ 4-4 ਮਾਰਕਸ ਦੇ ਹੋਣਗੇ, ਯਾਨੀ ਕਿ 16 ਨੰਬਰ। ਤੇ ਸ਼ੁਰੂ ਕਰਦੇ ਹਾਂ ਪਹਿਲੇ ਪ੍ਰਸ਼ਨ ਨਾਲ। ਸਥਾਈ ਕਾਰਜਪਾਲਿਕਾ ਅਤੇ ਰਾਜਨੀਤਿਕ ਕਾਰਜਪਾਲਿਕਾ 'ਚ ਅੰਤਰ ਦੱਸੋ। ਤੇ 2 ਕਾਲਮ ਬਣਾਏ ਗਏ ਰਾਜਨੀਤਿਕ ਕਾਰਜਪਾਲਿਕਾ ਦੇ ਤੇ ਸਥਾਈ ਕਾਰਜਪਾਲਿਕਾ ਦੇ। ਪਹਿਲਾ ਪੁਆਇੰਟ ਹੈ, ਕਿਉਂਕਿ ਆਪਾਂ ਅੰਤਰ ਦੱਸਣਾ ਹੈ, ਤੇ ਰਾਜਨੀਤਿਕ ਕਾਰਜਪਾਲਿਕਾ ਇਹਨਾਂ ਦੀ ਨਿਯੁਕਤੀ ਪ੍ਰਤੱਖ ਜਾਂ ਅਪ੍ਰਤੱਖ ਵਿਧੀ ਰਾਹੀਂ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਸਥਾਈ ਕਾਰਜਪਾਲਿਕਾ ਇਹ ਯੋਗਤਾ ਜਾਂ ਮੈਰਿਟ ਦੇ ਆਧਾਰ 'ਤੇ ਚੁਣੇ ਜਾਂਦੇ ਹਨ ਕੰਪੀਟੀਸ਼ਨ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ ਹੈ। ਇਹਨਾਂ ਦਾ ਕਾਰਜਕਾਲ ਨਿਸ਼ਚਿਤ ਹੁੰਦਾ ਹੈ। ਜਿਹੜੇ ਸਥਾਈ ਕਾਰਜਪਾਲਿਕਾ ਹੁੰਦੇ, ਜਦੋਂ ਰਿਟਾਇਰਮੈਂਟ ਦੀ ਏਜ ਹੁੰਦੀ ਉਦੋਂ ਰਿਟਾਇਰ ਹੁੰਦੇ ਨੇ। ਉਸ ਤੋਂ ਬਾਅਦ ਇਹਨਾਂ ਦਾ ਮੁੱਖ ਕੰਮ ਨੀਤੀਆਂ ਦਾ ਨਿਰਮਾਣ ਕਰਨਾ ਹੁੰਦਾ ਹੈ। ਸਥਾਈ ਕਾਰਜਪਾਲਿਕਾ ਦਾ ਮੁੱਖ ਕੰਮ ਨੀਤੀਆਂ ਨੂੰ ਲਾਗੂ ਕਰਨਾ ਹੁੰਦਾ ਹੈ। ਅਗਲਾ ਪੁਆਇੰਟ ਹੈ, ਇਹ ਲੋਕਾਂ ਪ੍ਰਤੀ ਉੱਤਰਦਾਈ ਹੁੰਦੇ ਹਨ, ਜਦਕਿ ਸਥਾਈ ਕਾਰਜਪਾਲਿਕਾ ਸਰਕਾਰ ਦੇ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ। ਤੇ ਲਾਸਟ ਪੁਆਇੰਟ, ਰਾਜਨੀਤਿਕ ਕਾਰਜਪਾਲਿਕਾ ਕੋਲ ਆਪਣੇ ਵਿਭਾਗ ਦੇ ਮੁਖੀ ਹੁੰਦੇ ਹਨ। ਸਥਾਈ ਕਾਰਜਪਾਲਿਕਾ ਇਹ ਉਹਨਾਂ ਵਿਭਾਗ ਦੇ ਸੇਵਕ ਹੁੰਦੇ ਹਨ, ਭਾਵ ਵਿਭਾਗਾਂ ਦਾ ਸਾਰਾ ਕੰਮ ਕਰਦੇ ਹਨ। ਤੇ ਇਹ ਸੀਗਾ ਉੱਤਰ ਸਥਾਈ ਕਾਰਜਪਾਲਿਕਾ ਤੇ ਰਾਜਨੀਤਿਕ ਕਾਰਜਪਾਲਿਕਾ ਦੇ ਵਿੱਚ ਅੰਤਰ ਦੱਸੋ ਦਾ। ਅਗਲਾ ਪ੍ਰਸ਼ਨ ਹੈ, ਮਾਰਕਸ ਦੇ ਮੁੱਖ ਸਿਧਾਂਤ ਦੱਸੋ। ਤੇ ਮਾਰਕਸ ਦੇ ਮੁੱਖ ਸਿਧਾਂਤ ਕਈ ਸਾਰੇ ਹਨ, ਪਰ ਇੱਥੇ ਮੇਨ ਸਿਧਾਂਤ ਦਾ ਹੀ ਆਪਾਂ ਡਿਸਕਸ ਕਰਦੇ ਹਾਂ। ਪਹਿਲਾ ਹੈ ਭੌਤਿਕ ਦਵੰਦਵਾਦ ਵਿੱਚ ਵਿਸ਼ਵਾਸ। ਦਵੰਦਵਾਦ ਦਾ ਅਰਥ ਹੁੰਦਾ ਹੈ ਵਾਦ ਵਿਵਾਦ। ਭੌਤਿਕ ਦਵੰਦਵਾਦ ਦਾ ਭਾਵ ਹੈ ਵਾਦ ਅਤੇ ਪ੍ਰਤੀਵਾਦ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿਣਾ, ਜਿਸ ਨਾਲ ਸੰਵਾਦ ਦਾ ਜਨਮ ਹੁੰਦਾ ਹੈ ਅਤੇ ਥੋੜ੍ਹੇ ਸਮੇਂ ਬਾਅਦ ਇਹ ਸੰਵਾਦ ਫਿਰ ਵਾਦ ਦਾ ਰੂਪ ਲੈਂਦਾ ਹੈ ਅਤੇ ਇਸ ਤਰ੍ਹਾਂ ਇਹ ਪ੍ਰਕਿਰਿਆ ਨਿਰੰਤਰ ਚੱਲਦਾ ਰਹਿੰਦਾ ਹੈ। ਇਸ ਵਿਰੋਧ ਦੇ ਘੋਲ ਨੂੰ ਹੀ ਭੌਤਿਕ ਦਵੰਦਵਾਦ ਕਿਹਾ ਜਾਂਦਾ ਹੈ। ਅਗਲਾ ਹੈ ਇਤਿਹਾਸ ਦੀ ਭੌਤਿਕਵਾਦੀ ਵਿਆਖਿਆ। ਮਾਰਕਸ ਅਨੁਸਾਰ ਸਾਰਾ ਸਮਾਜਿਕ ਢਾਂਚਾ ਉਸ ਸਮੇਂ ਦੇ ਆਰਥਿਕ ਢਾਂਚੇ ਅਨੁਸਾਰ ਬਦਲਦਾ ਹੈ। ਮਾਰਕਸ ਅਨੁਸਾਰ ਹਰ ਸਮੇਂ ਵਿੱਚ ਹੋਣ ਵਾਲੀਆਂ ਇਤਿਹਾਸਕ ਘਟਨਾਵਾਂ ਦੀਆਂ ਵਿਆਖਿਆ ਉਸ ਸਮੇਂ ਦੀ ਭੌਤਿਕ ਸਥਿਤੀ ਨੂੰ ਮੁੱਖ ਰੱਖ ਕੇ ਹੀ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਹੈ ਵਾਧੂ ਮੁੱਲ ਦਾ ਸਿਧਾਂਤ। ਮਜ਼ਦੂਰ ਦੀ ਮਜ਼ਦੂਰੀ ਅਤੇ ਉਸ ਦੁਆਰਾ ਪੈਦਾ ਕੀਤੀ ਵਸਤੂ ਦੇ ਮੁੱਲ ਵਿੱਚ ਜੋ ਅੰਤਰ ਹੁੰਦਾ ਹੈ ਉਸ ਨੂੰ ਮਾਰਕਸ ਵਾਧੂ ਮੁੱਲ ਦਾ ਸਿਧਾਂਤ ਕਹਿੰਦੇ ਹਨ, ਜੋ ਕਿਸੇ ਮਜ਼ਦੂਰ ਨੂੰ ਦੇਣਾ ਚਾਹੀਦਾ ਹੈ, ਨਾ ਕਿ ਪੂੰਜੀਪਤੀ ਨੂੰ। ਰਾਈਟ। ਫॉर एग्जांपल ਇੱਥੇ ਮੈਂ ਇੱਕ ਐਗਜ਼ਾਮਪਲ ਦੇਵਾਂਗਾ ਕਿ ਫॉर एग्जांपल ਇੱਕ ਟੇਬਲ ਬਣਾਇਆ ਇੱਕ ਮਜ਼ਦੂਰ ਨੇ ਔਰ ਟੇਬਲ ਬਣਵਾਇਆ ਇੱਕ ਪੂੰਜੀਪਤੀ ਨੇ। ਟੇਬਲ ਦੇ ਵਿੱਚ ਲੱਕੜ ਦੀ ਕੀਮਤ 200 ਰੁਪਏ ਦੀ ਲੱਗੀ ਹੈ ਔਰ ਮਜ਼ਦੂਰ ਨੂੰ ਦਿਹਾੜੀ ਮਿਲੀ ਹੈ 100 ਰੁਪਏ। ਅਤੇ 200 ਅਤੇ 100 ਰੁਪਏ 300 ਰੁਪਏ ਦੇ ਵਿੱਚ ਉਹ ਟੇਬਲ ਬਣੀ ਹੈ, ਤਾਂ ਉਹੀ ਪੂੰਜੀਪਤੀ ਉਸ ਟੇਬਲ ਨੂੰ 1000 'ਚ ਵੇਚਦਾ ਹੈ ਅਤੇ 700 ਰੁਪਏ ਉਹਦਾ ਪ੍ਰੋਫਿਟ ਹੋਇਆ। ਅਤੇ ਉਹ ਪ੍ਰੋਫਿਟ ਜਿਹੜਾ ਹੈ ਇੱਥੇ ਕਾਰਲ ਮਾਰਕਸ ਦੇ ਅਕੋਰਡਿੰਗ ਮਜ਼ਦੂਰ ਨੂੰ ਮਿਲਣਾ ਚਾਹੀਦਾ ਹੈ, ਨਾ ਕਿ ਪੂੰਜੀਪਤੀ ਨੂੰ। ਅਤੇ ਇਹ ਹੈ ਵਾਧੂ ਮੁੱਲ ਦਾ ਸਿਧਾਂਤ। ਅਗਲਾ ਹੈ ਵਰਗ ਸੰਘਰਸ਼। ਮਾਰਕਸ ਅਨੁਸਾਰ ਆਰੰਭ ਤੋਂ ਸਮਾਜ ਦੇ ਵਿਰੋਧੀ ਵਰਗ ਵਿੱਚ ਵੰਡਿਆ ਹੋਇਆ ਹੈ। ਸਮਾਜ ਆਰੰਭ ਤੋਂ ਹੀ 2 ਧਿਰਾਂ 'ਚ ਵੰਡਿਆ ਹੋਇਆ ਹੈ, ਜਿਸ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ। ਅਮੀਰ ਵਰਗ ਅਤੇ ਗਰੀਬ ਵਰਗ, ਉਹ 2 ਵਰਗ ਹੈਗੇ, ਅਤੇ ਅਮੀਰ ਵਰਗ ਹਮੇਸ਼ਾ ਗਰੀਬ ਵਰਗ ਦਾ ਸ਼ੋਸ਼ਣ ਕਰਦਾ ਰਹਿੰਦਾ ਹੈ। ਇਹ ਵਰਗ ਸੰਘਰਸ਼ ਹੈ ਔਰ ਇਹ ਹਮੇਸ਼ਾ ਤੋਂ ਚੱਲਦਾ ਰਿਹਾ। ਅਗਲਾ ਪੁਆਇੰਟ ਹੈ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ। ਰਾਈਟ। ਵਰਗ ਰਹਿਤ ਅਤੇ ਰਾਜ ਰਹਿਤ ਅਤੇ ਸਮਾਜ ਰਹਿਤ ਸਮਾਜ। ਮਾਰਕਸ ਅਨੁਸਾਰ ਸ਼ੋਸ਼ਣ ਕਾਰਨ ਸਮਾਜਿਕ ਕ੍ਰਾਂਤੀ ਰਾਹੀਂ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਇੱਕ ਦਿਨ ਆ ਜਾਏਗੀ ਅਤੇ ਉਹ ਫਿਰ ਉਸ ਤਾਨਾਸ਼ਾਹੀ ਵਰਗ ਰਹਿਤ ਅਤੇ ਰਾਜ ਰਹਿਤ ਸਮਾਜ ਦੀ ਸਥਾਪਨਾ ਉਸ ਤੋਂ ਬਾਅਦ ਹੋਏਗੀ। ਹੌਲੀ ਹੌਲੀ ਵਰਗ ਰਾਜ ਵੀ ਸਮਾਪਤ ਹੋ ਜਾਏਗਾ ਅਤੇ ਸਾਰੇ ਇੱਕ ਸਮਾਜ ਰਹਿਤ ਸਮਾਜ ਵਿੱਚ ਰਹਿਣਗੇ, ਰਾਜ ਰਹਿਤ ਸਮਾਜ ਵਿੱਚ ਰਹਿਣਗੇ। ਅਗਲਾ ਪ੍ਰਸ਼ਨ ਹੈ ਭਾਰਤੀ ਲੋਕਤੰਤਰ ਦੀਆਂ 4 ਸਮੱਸਿਆਵਾਂ ਉੱਤੇ ਨੋਟ ਲਿਖੋ। ਅਤੇ ਉੱਤਰ ਹੈ ਲੋਕਤੰਤਰ। ਭਾਰਤੀ ਲੋਕਤੰਤਰ ਅਤੇ ਲੋਕਤੰਤਰ ਤੋਂ ਭਾਵ ਹੈ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ। ਇਹ ਅਬਰਾਹਮ ਲਿੰਕਨ ਜੀ ਦਾ ਡੈਫੀਨੇਸ਼ਨ ਹੈ। ਅਤੇ ਭਾਰਤੀ ਲੋਕਤੰਤਰ ਦੀਆਂ ਮੁੱਖ ਸਮੱਸਿਆਵਾਂ ਇਸ ਪ੍ਰਕਾਰ ਹਨ। ਗਰੀਬੀ ਨੂੰ ਐਕਸਪਲੇਨ ਕਰ ਦਿਓ। ਗਰੀਬੀ ਕੀ ਹੈ? ਇਹ ਬਹੁਤ ਵੱਡੀ ਰੁਕਾਵਟ ਹੈ ਲੋਕਤੰਤਰ ਦੇ ਰਸਤੇ 'ਚ। ਦੂਸਰੀ ਅਨਪੜ੍ਹਤਾ। ਅਨਪੜ੍ਹ ਆਦਮੀ ਨੂੰ ਆਸਾਨੀ ਨਾਲ ਗੁੰਮਰਾਹ ਕੀਤਾ ਜਾ ਸਕਦਾ ਹੈ। ਅਤੇ ਰਾਜਨੀਤਿਕ ਅਨਪੜ੍ਹਤਾ ਵਿਅਕਤੀ
ਦੀ ਸਮਝ ਤੋਂ ਬਾਹਰ ਹੈ। ਉਸ ਤੋਂ ਬਾਅਦ ਤੀਸਰਾ ਜਾਤੀਵਾਦ, ਦੇਸ਼ ਵਿੱਚ ਕਈ ਦਲ ਜਾਤੀ ਆਧਾਰਿਤ ਹੁੰਦੇ ਹਨ ਅਤੇ ਮਤਦਾਨ ਵੀ ਉਸੇ ਹਿਸਾਬ ਨਾਲ ਹੁੰਦਾ ਅਤੇ ਇਹ ਵੀ ਇੱਕ ਜਿਹੜੀ ਲੋਕਤੰਤਰ ਦੀ ਸਮੱਸਿਆ ਹੈ। ਖੇਤਰਵਾਦ, ਹਰ ਇੱਕ ਖੇਤਰ ਦੇ ਅੱਜ ਕੱਲ੍ਹ ਆਪਣੇ ਪਾਰਟੀ ਹੈ ਔਰ ਖੇਤਰੀ ਦਲ ਆਪਣੇ ਹੀ ਖੇਤਰੀ ਹਿੱਤਾਂ ਲਈ ਕੰਮ ਕਰਦੀਆਂ ਹਨ ਅਤੇ ਰਾਸ਼ਟਰੀ ਹਿੱਤਾਂ ਨੂੰ ਅਣਗੌਲਿਤ ਕਰਦੀਆਂ ਹਨ। ਇਸ ਲਈ ਲੋਕਾਂ ਨੂੰ ਵੋਟਾਂ ਜਿਹੜੀਆਂ ਖੇਤਰਵਾਦ ਦੇ ਆਧਾਰ 'ਤੇ ਨਹੀਂ ਪਾਉਣੀਆਂ ਚਾਹੀਦੀਆਂ ਅਤੇ ਇਹ 4 ਮੇਨ ਫੈਕਟਰ ਇੱਥੇ ਪਰ ਲਿਖੇ ਸਮੱਸਿਆਵਾਂ: ਗਰੀਬੀ, ਅਨਪੜ੍ਹਤਾ, ਜਾਤੀਵਾਦ ਅਤੇ ਖੇਤਰਵਾਦ। ਅਗਲਾ ਪ੍ਰਸ਼ਨ ਹੈ, ਵਿਦੇਸ਼ ਨੀਤੀ ਤੋਂ ਕੀ ਭਾਵ ਹੈ? ਇਸ ਦੀਆਂ 3 ਵਿਸ਼ੇਸ਼ਤਾਵਾਂ ਲਿਖੋ। ਅਤੇ ਵਿਦੇਸ਼ ਨੀਤੀ ਅਜਿਹੇ ਸਿਧਾਂਤ ਜਾਂ ਵਿਵਹਾਰ ਹਨ ਜਿਨ੍ਹਾਂ ਦੁਆਰਾ ਇੱਕ ਰਾਜ ਜਾਂ ਇੱਕ ਦੇਸ਼ ਜਿਹੜਾ ਆਪਣੇ ਦੇਸ਼ ਦੇ ਹਿੱਤਾਂ ਨੂੰ, ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦਾ ਹੈ ਅਤੇ ਉਹਨਾਂ ਦੇ ਵਿਕਾਸ ਲਈ ਦੂਜੇ ਰਾਜਾਂ ਨਾਲ ਆਪਣੇ ਸੰਬੰਧ ਨੂੰ ਨਿਯਮਿਤ ਕਰਦਾ ਹੈ। ਅਗਰ ਭਾਰਤੀ ਵਿਦੇਸ਼ ਨੀਤੀ ਦੀ ਗੱਲ ਕਰੀਏ ਤਾਂ ਭਾਰਤੀ ਵਿਦੇਸ਼ ਨੀਤੀ ਦੀਆਂ 3 ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ: ਗੁੱਟ ਨਿਰਲੇਪਤਾ, ਯਾਨੀ ਕਿ ਕਿਸੇ ਗੁੱਟ ਵਿੱਚ ਸ਼ਾਮਿਲ ਨਹੀਂ ਹੋਣਾ। ਗੁੱਟ ਜਿਹੜੇ ਗੁੱਟ ਸੀਗੇ ਵਿਸ਼ਵ ਯੁੱਧ ਦੇ ਦੌਰਾਨ, ਉਸ ਤੋਂ ਬਾਅਦ ਜਿਹੜੇ 2 ਗੁੱਟ ਬਣੇ, ਰੂਸ ਦਾ ਗੁੱਟ ਅਤੇ ਅਮਰੀਕਾ ਦਾ ਗੁੱਟ, ਉਸ ਕਿਸੇ 'ਚ ਸ਼ਾਮਿਲ ਨਹੀਂ ਹੋਣਾ। ਇਸ ਨੂੰ ਗੁੱਟ ਨਿਰਲੇਪਤਾ ਕਿਹਾ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ 2 ਜਿਹੜੇ ਪੂਰਾ ਵਰਲਡ ਆਲਮੋਸਟ 2 ਗੁੱਟਾਂ 'ਚ ਵੰਡਿਆ ਗਿਆ ਸੀਗਾ। ਭਾਰਤ ਨੇ ਕਿਸੇ ਵੀ ਗੁੱਟ 'ਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਅਤੇ ਭਾਰਤੀ ਵਿਦੇਸ਼ ਨੀਤੀ ਵਜੋਂ ਗੁੱਟ ਨਿਰਲੇਪਤਾ ਨੀਤੀ ਅਪਣਾਏਗੀ। ਦੂਸਰਾ ਹੈ ਪੰਜਸ਼ੀਲ ਸਮਝੌਤਾ ਭਾਰਤ ਅਤੇ ਚੀਨ ਵਿਚਕਾਰ 29 ਅਪ੍ਰੈਲ 1954 ਦੇ ਵਿੱਚ ਹੋਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਸ਼੍ਰੀ ਚਾਓ ਐਨ ਲਾਈ ਵਿਚਕਾਰ 5 ਸਿਧਾਂਤਾਂ 'ਤੇ ਸਮਝੌਤਾ ਹੋਇਆ ਸੀਗਾ। ਇਸ ਨੂੰ ਪੰਜਸ਼ੀਲ ਕਿਹਾ ਜਾਂਦਾ ਹੈ। ਅਗਲਾ ਪੁਆਇੰਟ ਹੈ, ਪਰਮਾਣੂ ਸ਼ਕਤੀ ਦਾ ਸ਼ਾਂਤੀਪੂਰਨ ਉਦੇਸ਼ ਲਈ ਪ੍ਰਯੋਗ। ਭਾਰਤ ਹਮੇਸ਼ਾ ਤੋਂ ਹੀ ਪਰਮਾਣੂ ਸ਼ਕਤੀ ਦੇ ਸ਼ਾਂਤੀਪੂਰਨ ਪ੍ਰਯੋਗ ਦੇ ਹੱਕ ਵਿੱਚ ਹੈ। ਭਾਰਤ ਪਰਮਾਣੂ ਸ਼ਕਤੀ ਦੀ ਜਿਹੜੀ ਹੈ ਉਸ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਯੂਜ਼ ਕਰਨਾ ਚਾਹੁੰਦਾ ਹੈ ਔਰ ਸਾਇੰਟੀਫਿਕ ਵਿਕਾਸ ਲਈ ਯੂਜ਼ ਕਰਨਾ ਚਾਹੁੰਦਾ ਹੈ ਔਰ ਇਸ ਦੇ ਲਈ ਵਚਨਬੱਧ ਵੀ ਹੈ। ਅਤੇ ਇਹ ਸੀਗੇ 4 ਪ੍ਰਸ਼ਨ। ਇਸ ਤੋਂ ਇਲਾਵਾ ਇਸ ਦੇ ਵਿੱਚ ਹੈ ਪੁਰਾਤਨ ਉਦਾਰਵਾਦ ਅਤੇ ਸਮਕਾਲੀ ਉਦਾਰਵਾਦ ਵਿੱਚ ਅੰਤਰ ਦੱਸੋ ਅਤੇ ਸੱਤਿਆਗ੍ਰਹਿ ਦੀਆਂ 4 ਵਿਧੀਆਂ ਦਾ ਵਰਣਨ ਕਰੋ। ਇਹ ਤੁਸੀਂ ਆਪਣੇ ਆਪ ਹੀ ਕਰ ਲੈਣਾ। ਅਤੇ ਇਹ ਸੀਗਾ ਭਾਗ ਈੜੀ, ਊੜਾ ਐੜਾ ਈੜੀ, ਰਾਈਟ। ਅਤੇ ਮਿਲਦੇ ਹਾਂ ਅਗਲੇ ਵੀਡੀਓ 'ਚ। ਥੈਂਕ ਯੂ।